ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਿਹਾ ਸੀ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਸਾਨਾਂ ਦੀ, ਉਹਨਾਂ ਕਿਸਾਨਾਂ ਦੀ ਜਿਨ੍ਹਾਂ ਨੇ ਝੋਨਾ ਲਗਾਇਆ ਤੇ ਹੁਣ ਉਸ ਤੋਂ ਬਾਅਦ ਪਰਾਲੀ ਉਹਨਾਂ ਦੇ ਲਈ ਇੱਕ ਵੱਡੀ ਮੁਸ਼ਕਲ ਬਣੀ ਹੋਈ ਹੈ। ਬੇਸ਼ੱਕ ਸੁਪਰੀਮ ਕੋਰਟ ਤੱਕ ਦੇ ਵੱਲੋਂ ਮਨਾਹੀ ਕੀਤੀ ਗਈ ਹੈ ਕਿ ਪਰਾਲੀ ਨੂੰ ਅੱਗ ਨਹੀਂ ਲਗਾਈ ਜਾ ਸਕਦੀ, ਪਰ ਬਾਵਜੂਦ ਇਸ ਦੇ ਕਿਸਾਨ ਦੱਸ ਰਹੇ ਨੇ ਆਪਣੀ ਮਜਬੂਰੀ ਤੇ ਇਸ ਮਜਬੂਰੀ ਦੇ ਵਿਚਾਲੇ ਮਜਬੂਰੀ ਦੱਸਣ ਦੇ ਵਿਚਾਲੇ ਉਹਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਗਾਈ ਵੀ ਜਾ ਰਹੀ ਹੈ। ਜਿਹਾਂ ਸੂਬੇ ਦੇ ਵਿੱਚ ਝੋਨੇ ਦੀ ਖਰੀਦ ਜਾਰੀ ਹੈ ਤੇ ਇਸ ਵਿਚਾਲੇ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਈ ਕਹਿ ਰਹੀ ਹੈ, ਅਪੀਲ ਕਰ ਰਹੀ ਹੈ, ਪਰ ਕੁਝ ਕਿਸਾਨ ਅਜੇ ਵੀ ਪਰਾਲੀ ਨੂੰ ਅੱਗ ਲਗਾ ਰਹੇ ਨੇ। ਕਿਸਾਨਾਂ ਨੇ ਕਿਹਾ ਕਿ ਉਹ ਤਾਂ ਮਜਬੂਰ ਹੋ ਕੇ ਪਰਾਲੀ ਨੂੰ ਸਾੜਦੇ ਨੇ। ਉਧਰ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਨਵੀਂ ਟੈਕਨੀਕ ਦੇ ਜ਼ਰੀਏ ਪਰਾਲੀ ਨਾ ਸਾੜਨ ਦੇ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ। ਦੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਅਤੇ ਸੰਗਰੂਰ ਦੀਆਂ। ਇੱਕ ਪਾਸੇ ਅੰਮ੍ਰਿਤਸਰ 'ਚ ਪਰਾਲੀ ਨੂੰ ਅੱਗ ਲਗਾਈ ਗਈ ਤਾਂ ਸੰਗਰੂਰ ਦੇ ਵਿੱਚ ਖੇਤੀਬਾੜੀ ਅਧਿਕਾਰੀ ਅਤੇ ਪਹੁੰਚੇ ਅਤੇ ਉਹਨਾਂ ਨੇ ਆਧੁਨਿਕ ਮਸ਼ੀਨਾਂ ਦੇ ਰਾਹੀਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਹੱਲ ਦੱਸਿਆ, ਜਿਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਵੀ ਹੋਵੇਗਾ, ਪ੍ਰਦੂਸ਼ਣ ਤੋਂ ਮੁਕਤੀ ਵੀ ਮਿਲੇਗੀ। ਇਹ ਤਸਵੀਰਾਂ ਤਾਂ ਦੋ ਜ਼ਰੂਰ ਨੇ, ਪਰ ਦੂਜੇ ਪਾਸੇ ਕਿਸਾਨ ਆਪਣੀ ਮਜਬੂਰੀ ਨੂੰ ਬਿਆਨ ਕਰ ਰਹੇ ਨੇ ਤੇ ਲਗਾਤਾਰ ਇਹੀ ਜ਼ਿਕਰ ਕਰ ਰਹੇ ਨੇ ਕਿ ਅਸੀਂ ਹੁਣ ਕਰੀਏ ਕੀ। ਅਸੀਂ ਜੇਕਰ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਤਾਂ ਸਾਡੇ ਕੋਲ ਕੋਈ ਬਦਲ ਬਾਕੀ ਨਹੀਂ ਹੈ। देखिए सर, पराली जलाना जो हमारा शौक नहीं है, इसके लिए हमें सरकार ने ही मजबूर किया है। आप देख सकते हैं सरकार ने वादा किया, हमने किसानों लोगों ने मांग की थी कि सरकार में 6,000 रुपया प्रति एकड़ के हिसाब से दे, लेकिन सरकार 2600 रुपया के करीब मानी थी और वो भी नहीं दिया गया है, जिसकी वजह से किसान मजबूर हैं ये पराली को आग लगाने के लिए। और उसके अलावा उन्होंने कुछ संदों को सब्सिडी वगैरह की बात की थी। देखिए हम ये कहते हैं सरकार से, मान लीजिए हमने खेतों को इसको बाहर निकाल भी लिया, उसको एक साइड पे इकट्ठा कर भी लिया, इसके बावजूद भी बाद में हमें इसे जलाना ही पड़ेगा और तो हमारे पास कोई चारा नहीं है, ना हमने इसके कोई काम लेना है। ਇਹ ਜਿਹੜਾ ਹੈਗਾ ਜੀ ਆਪਣੇ ਮਿਲਕ ਵੀ ਪਰਾਲੀ ਨੂੰ ਵਿੱਚ ਹੀ ਮਿਲਕ ਵੀ ਆਪਣੇ ਮਲਚ ਕਰਨ ਵਾਸਤੇ ਸੁਪਰ ਸੀਡਰ ਮਸ਼ੀਨ ਆ, ਜਿਹੜੀ ਕਿ ਨਾਲ ਹੀ ਜਿਹੜੇ ਖੜੇ ਖਰਚੇ ਨੇ ਜਦੋਂ ਅਸੀਂ ਸੁਪਰ ਐਸਐਮਐਸ ਲਗਾ ਕੇ ਕੰਬਾਈਨ ਨਾਲ ਕਟਾਈ ਕਰ ਲੈਂਦੇ ਆ, ਉਸ ਤੋਂ ਬਾਅਦ ਇਹ ਮਸ਼ੀਨ ਦੇ ਨਾਲ ਅਸੀਂ ਖਰਚਿਆਂ ਦੇ ਨਾਲ ਇਕੱਠੀ ਮਿਲਕ ਵੀ ਉਹਨੂੰ ਮਲਚ ਕਰਕੇ ਵਿੱਚ ਤੇ ਆਪਣੀ ਕਣਕ ਦੀ ਬਿਜਾਈ ਉਹ ਸਿੱਧੀ ਇੱਕੋ ਮਿਲਕ ਵੀ ਉਹਦੇ ਵਿੱਚ ਕਰ ਸਕਦੇ ਆ ਜੀ। ਹੈਪੀ ਸੀਡਰ ਦੇ ਕੁਝ ਜਿਹੜੇ ਹੈਗੇ ਸ਼ੰਕੇ ਕਿਸਾਨ ਵੀਰਾਂ ਨੂੰ ਸੀਗੇ ਕਿ ਉਹ ਜਿਹੜੇ ਸੀਗੇ ਇਹਦੇ ਸਟੈਮਸ ਉਹ ਰਹਿ ਜਾਂਦੇ ਸੀ, ਇਸ ਕਰਕੇ ਉਹਨਾਂ ਨੂੰ ਕੁਝ ਡਾਊਟਸ ਹੁੰਦੇ ਸੀ ਕਿ ਵੀ ਜਰਮੀਨੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਹੋਏਗੀ, ਤੇ ਉਹ ਜਿਹੜੀ ਨਵੀਂ ਤਕਨੀਕ ਹੈਗੀ ਸੁਪਰ ਸੀਡਰ ਦੀ, ਇਹਦੇ ਨਾਲ ਉਹ ਪ੍ਰੋਬਲਮ ਵੀ ਹੱਲ ਹੋ ਗਈ ਹੈ। ਆਪਾਂ ਨੇ ਲਾਈਵ ਡੈਮੋਨਸਟ੍ਰੇਸ਼ਨ ਦੇਖਿਆ ਤੇ ਪਰਾਲੀ ਪ੍ਰੋਪਰਲੀ ਮੈਨੇਜ ਹੋ ਜਾਂਦੀ ਹੈ। ਤਾਂ ਕਿਸਾਨਾਂ ਦੇ ਵੱਲੋਂ ਪਰਾਲੀ ਸਾੜੀ ਜਾ ਰਹੀ ਹੈ ਤੇ ਇਸ ਪੂਰੇ ਮੁੱਦੇ ਦੇ ਉੱਤੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਸਾਡੀ ਤਾਂ ਮਜਬੂਰੀ ਹੈ, ਅਸੀਂ ਕਰੀਏ ਕੀ। ਸਰਕਾਰ ਜੇਕਰ ਸਾਨੂੰ ਮਦਦ ਦੇਵੇ, ਸਾਡੀ ਮਦਦ ਕਰੇ ਤਾਂ ਉਸ ਤੋਂ ਬਾਅਦ ਅਸੀਂ ਇਹ ਸੋਚ ਸਕਦੇ ਹਾਂ ਕਿ ਪਰਾਲੀ ਨੂੰ ਅੱਗ ਨਾ ਲਗਾਈਏ। ਦੇਖੋ ਦੋਵੇਂ ਚੀਜ਼ਾਂ ਨੇ ਕਿ ਜੇਕਰ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ, ਧੂਆਂ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਤੇ ਖਾਸ ਤੌਰ ਤੇ ਇਹ ਕਾਲ ਇਸ ਵਾਰ ਦਾ ਸਾਲ ਕਰੋਨਾ ਕਾਲ ਹੈ। ਕਰੋਨਾ ਦੇ ਵਿੱਚ ਸਿੱਧੀ ਜੀ ਗੱਲ ਹੈ ਕਿ ਜਿਨ੍ਹਾਂ ਨੂੰ ਕਰੋਨਾ ਹੋਇਆ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਜੇਕਰ ਪਰਾਲੀ ਨੂੰ ਅੱਗ ਲਗਾਈ ਗਈ ਤੇ ਹਾਲਾਤ ਪਿਛਲੇ ਕੁਝ ਸਾਲਾਂ ਵਰਗੇ ਬਣੇ ਤਾਂ ਦਿੱਕਤ ਸਾਹ ਲੈਣ ਦੇ ਵਿੱਚ ਉਸ ਸਮੇਂ ਬਹੁਤ ਆਉਂਦੀ ਹੈ। ਜਿੱਥੇ ਵੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਜਾਂ ਧੂਆਂ ਜਿੱਥੇ ਬਹੁਤ ਜ਼ਿਆਦਾ ਹੋ ਜਾਂਦਾ ਹੈ ਤਾਂ ਉਹ ਇਸ ਵਾਰ ਜੇਕਰ ਹੁੰਦਾ ਤਾਂ ਫਿਰ ਦਿੱਕਤ ਲਾਜ਼ਮੀ ਤੌਰ ਤੇ ਵੱਧ ਸਕਦੀ ਹੈ। ਦੇਖੋ ਇਹ ਕਿਸੇ ਦੇ ਲਈ ਵੀ ਹੋਏਗੀ, ਇਹ ਤਾਂ ਬੜੀ ਕਲੀਅਰ ਗੱਲ ਹੈ ਕਿ ਜੇਕਰ ਸਾਹ ਲੈਣ 'ਚ ਦਿੱਕਤ ਹੁੰਦੀ ਹੈ ਤਾਂ ਕੋਈ ਕਿਸਾਨ ਦਾ ਪਰਿਵਾਰ ਵੀ ਹੋ ਸਕਦਾ ਹੈ, ਕੋਈ ਆਮ ਸ਼ਖਸ ਵੀ ਹੋ ਸਕਦਾ ਜੇ ਖੇਤੀਬਾੜੀ ਦੇ ਨਾਲ ਸੰਬੰਧਿਤ ਨਾ ਹੋਵੇ, ਜਾਂ ਕੋਈ ਸ਼ਹਿਰ ਦੇ ਵਿੱਚ ਵੀ ਕੋਈ ਲੋਕ ਹੋ ਸਕਦੇ ਨੇ। ਇਹ ਇੱਕ ਵੱਡੀ ਦਿੱਕਤ ਜ਼ਰੂਰ ਹੈ ਇਸ ਵਾਰੀ ਖਾਸ ਤੌਰ ਤੇ। ਪਰ ਦੂਜਾ ਪੁਆਇੰਟ, ਕਿਸਾਨਾਂ ਦੀ ਵੀ ਚੀਜ਼ ਸਮਝਣ ਨੂੰ, ਉਹਨਾਂ ਦੀ ਗੱਲ ਸਮਝਣ ਨੂੰ, ਮਜਬੂਰੀ ਸਮਝਣ ਦੀ ਵੀ ਕੋਸ਼ਿਸ਼ ਸਾਨੂੰ ਕਰਨੀ ਹੋਵੇਗੀ, ਕਿਉਂਕਿ ਉਹ ਕਹਿ ਰਹੇ ਨੇ ਕਿ ਜੇਕਰ ਉਹ 1 ਏਕੜ ਦੇ ਪਿੱਛੇ, 1 ਕਿੱਲੇ ਦੇ ਪਿੱਛੇ ਪੂਰਾ ਪਰਾਲੀ ਦੀ ਰਹਿੰਦ ਖੂੰਦ ਜਿਹੜੀ ਹੈਗੀ ਫਸਲ ਦੀ ਉਹਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਦੇ ਵਿੱਚ ਉਹਨਾਂ ਦਾ ਵੱਡਾ ਖਰਚਾ ਆਉਂਦਾ, ਹਜ਼ਾਰਾਂ ਰੁਪਏ ਦੇ ਵਿੱਚ ਖਰਚਾ ਆਉਂਦਾ ਤੇ ਜੇਕਰ ਸਰਕਾਰ ਉਹ ਨਹੀਂ ਦਿੰਦੀ ਤਾਂ ਉਸ ਨੂੰ ਉਹ ਸਹਿਣ ਦੇ ਵਿੱਚ ਸਮਰੱਥ ਨਹੀਂ ਨੇ ਕਿ 1 ਕਿੱਲੇ ਦੇ ਪਿੱਛੇ ਜਾ ਕੇ ਉਹ ਇੰਨਾ ਜ਼ਿਆਦਾ ਖਰਚਾ ਕਰਕੇ ਪਰਾਲੀ ਨੂੰ ਟਿਕਾਣੇ ਲਗਾ ਸਕਣ। ਉਹ ਆਪਣੀ ਮਜਬੂਰੀ ਦੱਸ ਰਹੇ ਨੇ, ਕਹਿ ਰਹੇ ਨੇ ਕਿ ਸਰਕਾਰ ਮਦਦ ਕਰੇ, ਅਸੀਂ ਤਿਆਰ ਹਾਂ। ਪਰ ਦੋਵੇਂ ਚੀਜ਼ਾਂ ਆਪੋ ਆਪਣੀ ਥਾਂ ਤੇ ਨੇ ਕਿ ਜੇਕਰ ਮੁੱਦੇ ਦਾ ਹੱਲ ਨਹੀਂ ਹੁੰਦਾ ਤਾਂ ਕਿਵੇਂ ਇਸ ਦੇ ਉੱਤੇ ਅੱਗੇ ਸਰਕਾਰ ਐਕਸ਼ਨ ਲਏਗੀ, ਕਿਉਂਕਿ ਸੁਪਰੀਮ ਕੋਰਟ ਤਾਂ ਬਹੁਤ ਸਖਤ ਨਜ਼ਰ ਆਈ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ। ਅਸੀਂ ਸੁਪਰੀਮ ਕੋਰਟ ਦਾ ਜ਼ਿਕਰ ਕਰ ਰਹੇ ਹਾਂ ਤਾਂ ਸੁਪਰੀਮ ਕੋਰਟ ਇਸ ਪੂਰੇ ਮਾਮਲੇ ਦੇ ਵਿੱਚ ਬਹੁਤ ਸਖਤ ਹੈ ਪਰਾਲੀ ਸਾੜਨ ਨੂੰ ਲੈ ਕੇ। ਸੁਪਰੀਮ ਕੋਰਟ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ। ਦਰਅਸਲ ਪਰਾਲੀ ਸਾੜਨ ਦੇ ਮੁੱਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਜਿਹੜੇ ਸਕੱਤਰ ਨੇ ਸੂਬਿਆਂ ਦੇ ਉਹਨਾਂ ਨੂੰ ਤਲਬ ਕਰ ਲਿਆ ਗਿਆ,
ਜਿਸ ਦੇ ਵਿੱਚ ਪੰਜਾਬ, ਹਰਿਆਣਾ, ਦਿੱਲੀ ਤੇ ਯੂਪੀ ਦੇ ਮੁੱਖ ਸਕੱਤਰ ਨੇ, ਜਿਨ੍ਹਾਂ ਨੂੰ ਤਲਬ ਕੀਤਾ ਗਿਆ। ਸੁਪਰੀਮ ਕੋਰਟ ਨੇ ਪਰਾਲੀ ਦੇ ਹੱਲ ਦੇ ਲਈ ਇਹਨਾਂ ਸੂਬਿਆਂ ਤੋਂ ਜਵਾਬ ਮੰਗਿਆ, ਕਿਉਂਕਿ ਇਹੀ ਸੂਬੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ, ਜਿੱਥੇ ਵੱਡੀ ਗਿਣਤੀ ਦੇ ਵਿੱਚ ਫਸਲਾਂ ਨੂੰ ਅੱਗ ਵੀ ਲੱਗਦੀ ਹੈ, ਚਾਹੇ ਪੰਜਾਬ ਹੋਵੇ, ਹਰਿਆਣਾ ਹੋਵੇ, ਯੂਪੀ ਹੋਵੇ, ਤੇ ਦਿੱਲੀ ਵੀ ਉਸ ਦੇ ਨਾਲ ਖਾਸਾ ਪ੍ਰਭਾਵਿਤ ਹੈ, ਕਿਉਂਕਿ ਦਿੱਲੀ ਦੇ ਵਿੱਚ ਇਹ ਲਗਾਤਾਰ ਦਿੱਲੀ ਦੀ ਸਰਕਾਰ ਇਲਜ਼ਾਮ ਲਗਾਉਂਦੀ ਆਈ ਹੈ ਕਿ ਇੱਥੋਂ ਪਹੁੰਚਦਾ ਹੈ ਜਿਹੜਾ ਧੂਆਂ ਪੰਜਾਬ, ਹਰਿਆਣਾ ਤੋਂ ਤੇ ਦਿੱਲੀ ਵਾਸੀਆਂ ਨੂੰ ਬਹੁਤ ਤੰਗ ਕਰਦਾ ਹੈ। ਤਾਂ ਸੁਪਰੀਮ ਕੋਰਟ ਨੇ ਕੀ ਕਿਹਾ? ਸੁਪਰੀਮ ਕੋਰਟ ਕਹਿ ਰਿਹਾ ਕਿ ਪਰਾਲੀ ਨਾ ਸਾੜੀ ਜਾਵੇ, ਇਹ ਸਾਰੇ ਸੂਬੇ ਮਿਲ ਕੇ ਯਕੀਨੀ ਬਣਾਉਣ, ਜਿਵੇਂ ਮਰਜ਼ੀ ਬਣਾਓ। ਤੁਸੀਂ ਦੇਖੋ, MSP ਦਾ ਕੁਝ ਹਿੱਸਾ ਰੋਕਣ ਤੇ ਵੀ ਵਿਚਾਰ ਹੋਵੇ। ਮਤਲਬ ਕੀ ਹੈ ਇਸ ਦਾ ਮਤਲਬ ਇਹ ਹੈ ਕਿ ਜੇਕਰ ਸਪੋਜ਼ ਕਰ ਲਓ ਕਿ ਤੁਹਾਨੂੰ 1880 ਰੁਪਏ, 1890 ਜਾਂ 1900 ਰੁਪਏ ਤੁਹਾਨੂੰ MSP ਮਿਲੀ ਹੈ ਤੁਹਾਡੀ ਫਸਲ ਦੀ, ਤੇ ਤੁਸੀਂ 10 ਏਕੜ ਦੀ ਫਸਲ ਲੈ ਕੇ ਉੱਥੇ ਪਹੁੰਚੇ ਹੋ, ਤਾਂ ਹੋ ਸਕਦਾ ਹੈ ਸੁਪਰੀਮ ਕੋਰਟ ਕਹਿ ਰਿਹਾ ਕਿ ਇਸ ਦੇ ਉੱਤੇ ਵਿਚਾਰ ਕਰੋ ਕਿ ਤੁਹਾਡੀ ਕੁਝ ਰਕਮ ਰੋਕ ਲਈ ਜਾਵੇ 10 ਏਕੜ ਦੇ ਹਿਸਾਬ ਦੇ ਨਾਲ, ਕਿ ਜਦੋਂ ਤੁਹਾਡੀ ਪਰਾਲੀ ਦੀ ਰਹਿੰਦ ਖੂੰਹਦ ਤੁਸੀਂ ਉੱਥੋਂ ਹਟਾ ਦਵੋਗੇ, ਖੇਤ ਖਾਲੀ ਹੋ ਜਾਣਗੇ, ਤਾਂ ਉਹ ਜਿਹੜੀ ਅਮਾਉਂਟ ਹੈ, ਜਿਵੇਂ 100 ਰੁਪਏ ਕੁਇੰਟਲ ਦਾ ਰੋਕ ਲਿਆ ਤੁਸੀਂ, 100 ਕੁਇੰਟਲ ਕਣਕ ਲੈ ਕੇ ਗਏ ਸੀਗੇ, ਤਾਂ ਉੱਥੇ 10,000 ਰੁਪਏ ਤੁਹਾਡਾ ਰੋਕ ਲਿਆ ਗਿਆ। ਤੇ ਜਦੋਂ ਤੁਸੀਂ ਆਪਣੇ ਖੇਤ ਖਾਲੀ ਤੁਹਾਡੇ ਦੇਖ ਲੈਣਗੇ, ਇੰਸਪੈਕਸ਼ਨ ਹੋਏਗੀ, ਤੇ ਉਸ ਤੋਂ ਬਾਅਦ ਤੁਹਾਡੇ ਪੈਸੇ ਰਿਲੀਜ਼ ਕਰ ਦਿੱਤੇ ਜਾਣਗੇ। ਇਸ ਤਰੀਕੇ ਦਾ ਫਾਰਮੂਲਾ ਵੀ ਸੁਪਰੀਮ ਕੋਰਟ ਦੇ ਵੱਲੋਂ ਸੁਝਾਇਆ ਜਾ ਰਿਹਾ ਹੈ। ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਸੂਬਿਆਂ ਦੇ ਸੁਝਾਅ ਤੋਂ ਬਾਅਦ ਹੀ ਸੁਪਰੀਮ ਕੋਰਟ ਦੇ ਵੱਲੋਂ ਕੋਈ ਫੈਸਲਾ ਲਿਆ ਜਾਵੇਗਾ। ਦਿੱਲੀ NCR ਦੇ ਵਿੱਚ ਪ੍ਰਦੂਸ਼ਣ ਸੰਬੰਧੀ ਜਨਹਿਤ ਪਟੀਸ਼ਨ ਦੇ ਉੱਤੇ ਨੋਟਿਸ ਜਾਰੀ ਕੀਤਾ ਗਿਆ। ਸੁਪਰੀਮ ਕੋਰਟ ਨੇ ਸਲਾਹ ਤੇ ਵਿਚਾਰ ਕਰਨ ਤੇ ਸਹਿਮਤੀ ਪ੍ਰਗਟ ਕੀਤੀ ਕਿ ਘੱਟੋ-ਘੱਟ ਸਮਰਥਨ ਮੁੱਲ ਦਾ ਇੱਕ ਹਿੱਸਾ ਰੋਕ ਕੇ ਕਿਸਾਨਾਂ ਨੂੰ ਉਸ ਵੇਲੇ ਜਾਰੀ ਕੀਤਾ ਜਾਣਾ ਚਾਹੀਦਾ ਹੈ ਜਦੋਂ ਇਸ ਗੱਲ ਦੀ ਪੁਸ਼ਟੀ ਹੋ ਜਾਵੇ ਕਿ ਉਹਨਾਂ ਨੇ ਪਰਾਲੀ ਨਹੀਂ ਸਾੜੀ। ਅਦਾਲਤ ਨੇ ਕੇਸ ਦੀ ਸੁਣਵਾਈ 16 ਅਕਤੂਬਰ ਨੂੰ ਪਾਉਂਦਿਆਂ ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਕੇਸ ਦੀ ਅਗਲੀ ਸੁਣਵਾਈ ਮੌਕੇ ਅਦਾਲਤ ਦੇ ਵਿੱਚ ਹਾਜ਼ਰ ਹੋਣ ਨੂੰ ਵੀ ਕਿਹਾ ਹੈ।